ਸਤਿ ਸ਼੍ਰੀ ਅਕਾਲ ਜੀ। ਲੁਧਿਆਣਾ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਕਿਸਾਨੀ ਮੁੱਦਾ ਤੁਹਾਨੂੰ ਪਤਾ ਕਿ ਹਜੇ ਤੱਕ ਇਹਦਾ ਕੋਈ ਵੀ ਸੋਲੂਸ਼ਨ ਨਹੀਂ ਨਿਕਲਿਆ। ਕੱਲ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹੈ। ਉਹਦੇ ਵਿੱਚ ਕੇਂਦਰ ਨੇ ਕਿਸਾਨਾਂ ਨੂੰ ਇੱਕ ਆਪਸ਼ਨ ਦਿੱਤੀ ਸੀ ਕਿ ਬਈ ਇੱਕ ਕਮੇਟੀ ਬਣਾ ਦਿੱਤੀ ਜਾਵੇ, 5 ਕਿਸਾਨਾਂ ਦੇ ਜਿਹੜੇ ਮੈਂਬਰ ਹੋਣਗੇ ਤੇ ਉਹ ਕਮੇਟੀ ਬਾਅਦ ਦੇ ਵਿੱਚ ਇਹਨਾਂ ਬਿੱਲਾਂ ਨੂੰ ਸੋਧ ਦੀ ਜੋ ਵੀ ਸੁਜੈਸ਼ਨ ਦੇਵੇਗੀ। ਇਹ ਵਾਲਾ ਜਿਹੜਾ ਸੁਝਾਅ ਹੈ ਕੇਂਦਰ ਦਾ, ਇਹ ਕਿਸਾਨਾਂ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਕਿਸਾਨਾਂ ਨੇ ਆਖਿਆ ਹੈ ਕੋਈ ਵੀ ਕਮੇਟੀ ਦੀ ਲੋੜ ਨਹੀਂ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਫੈਸਲਾ ਲੈਣਾ ਹੈ ਸਾਰਾ ਕੁਝ ਇੱਥੇ ਹੀ ਹੋਵੇ ਤੇ ਜੋ ਵੀ ਸੋਧ ਜਾਂ ਰਿਪੀਲ ਹੈ ਉਹ ਸਭ ਕੁਝ ਬਿਨਾਂ ਕਮੇਟੀ ਦੇ 35 ਦੇ 35 ਜਾਂ ਹੋਰ ਵੀ ਹਿੰਦੁਸਤਾਨ ਦੀਆਂ ਜਿਹੜੀਆਂ ਵੀ ਜਥੇਬੰਦੀਆਂ ਨੇ, ਭਾਵੇਂ 50 ਹੋਣ ਭਾਵੇਂ 60 ਹੋਣ, ਉਹ ਸਾਰੇ ਜਥੇਬੰਦੀਆਂ ਦੇ ਆਗੂ ਇਕੱਠੇ ਮਿਲ ਕੇ ਲੈਣ। ਇਹ ਸੀਗਾ ਕਿਸਾਨਾਂ ਦਾ ਕਹਿਣਾ। ਤੇ ਅੱਗੇ ਹੁਣ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਰੋਹਿਤ ਬੇਦੀ ਜੀ ਜੁੜੇ ਨੇ। ਤੁਹਾਨੂੰ ਪਹਿਲਾਂ ਵੀ ਅਸੀਂ ਪੋਲੀਟੀਕਲ ਐਨਾਲਿਸਟ ਨੇ ਤੁਹਾਨੂੰ ਦੱਸਿਆ ਸੀਗਾ ਤੇ ਬੇਦੀ ਸਾਹਿਬ ਇਹਨਾਂ ਪੋਲੀਟੀਕਲ ਮੁੱਦਿਆਂ ਦੇ ਉੱਪਰ ਕਾਫੀ ਅੱਛੀ ਰਾਏ ਰੱਖਦੇ ਨੇ, ਕਾਫੀ ਜਾਣਕਾਰੀ ਰੱਖਦੇ ਨੇ। ਤੇ ਬੇਦੀ ਸਾਹਿਬ ਤੁਹਾਡਾ ਫਿਰ ਤੋਂ ਵੈਲਕਮ ਹੈ। ਥੈਂਕ ਯੂ ਮਨੀਸ਼ ਜੀ। ਮੁੱਦਾ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਾਂਗਾ। ਬੇਦੀ ਸਾਹਿਬ, ਮੁੱਦਾ ਹੁਣ ਤੁਸੀਂ ਕਿੱਥੇ ਦੇਖਦੇ ਹੋ? ਮਨੀਸ਼ ਜੀ ਦੇਖੋ, ਸਰਕਾਰ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਪਹਿਲ ਕੀਤੀ, ਉਹਨਾਂ ਨੂੰ ਕੱਲ ਮਿਲਣ ਦੀ ਕੋਸ਼ਿਸ਼ ਕੀਤੀ ਜਾਂ ਕਿਸਾਨੀ ਜਥੇਬੰਦੀਆਂ ਦੇ ਜਿਹੜੇ ਪ੍ਰਤੀਨਿਧ ਹੈ ਉਹਨਾਂ ਨੂੰ ਮਿਲੇ, ਜਿਹੜੇ ਪ੍ਰਮੁੱਖ ਲੀਡਰ ਨੇ। ਪਰ ਹਲੇ ਤੱਕ ਜੋ ਸਿਚੁਏਸ਼ਨ ਹੈ, ਲੀਡਰਾਂ ਨੇ ਫਿਲਹਾਲ ਜਿਹੜੀ ਸਰਕਾਰ ਦਾ ਸੁਝਾਅ ਸੀਗਾ ਕੰਡੀਸ਼ਨਲ ਐਕਸੈਪਟੈਂਸ ਦਾ, ਕਿ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਐਕਸੈਪਟ ਕਰ ਲਿੱਤਾ ਜਾਏ ਜਾਂ ਸਵੀਕਾਰ ਲਿਆ ਜਾਏ, ਉਹ ਮਨਾ ਕਰਤਾ, ਉਹ ਖਾਰਿਜ ਕਰਤਾ ਸਿਰੇ ਤੋਂ। ਤੇ ਪਰ ਇਹ ਪੋਜ਼ਿਟਿਵ ਆਪਾਂ ਕਹਿ ਸਕਦੇ ਹਾਂ, ਇਹ ਚੀਜ਼ ਜਿਹੜੀ ਚੰਗੀ ਨਿਕਲ ਕੇ ਆਈ ਹੈ ਕਿ ਘੱਟੋ ਘੱਟ ਦੋਨੋਂ ਜਿਹੜੇ ਗਰੁੱਪ ਹੈ ਉਹ ਮਿਲੇ ਹੈ। ਸਰਕਾਰ ਨੇ ਇੱਕ ਪਹਿਲ ਕੀਤੀ ਹੈ ਔਰ ਹੁਣ 3 ਤਰੀਕ ਦਾ ਜਿਹੜਾ ਸਮਾਂ ਹੈ ਬੰਨਿਆ ਗਿਆ ਹੈ। ਹੁਣ ਆਪਾਂ ਨੂੰ ਹਲੇ ਵੀ ਦੇਖਣਾ ਪਏਗਾ ਕਿ ਅੱਗੇ ਕੀ ਹੁੰਦਾ। ਪਰ ਜਿਵੇਂ ਕਿ ਆਪਾਂ ਪਿਛਲੀ ਵਾਰੀ ਡਿਸਕਸ ਕੀਤਾ ਸੀ ਮਨੀਸ਼ ਜੀ, ਇਹ ਸਮਾਂ ਹੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੀ ਪੇਸ਼ੈਂਸ, ਉਹਨਾਂ ਦੇ ਸਬਰ ਨੂੰ ਟੈਸਟ ਕੀਤਾ ਜਾ ਰਿਹਾ। ਉਹਨਾਂ ਨੂੰ ਉਮੀਦ ਹੋਏਗੀ ਸਰਕਾਰ ਨੂੰ ਕਿ ਸ਼ਾਇਦ ਜਿਹੜੇ ਕਿਸਾਨ ਹੈ ਉਹ ਪਿੱਛੇ ਹਟ ਜਾਣਗੇ ਜਾਂ ਉਹਨਾਂ ਦੇ ਵਿੱਚੋਂ ਕੁਝ ਲੋਕ ਜਿਹੜੇ ਹੈ ਉਹ ਦੇਖਣਗੇ ਕਿ ਇਹਦਾ ਤਾਂ ਕੋਈ ਹੱਲ ਨਹੀਂ ਨਿਕਲ ਰਿਹਾ ਅਤੇ ਘਰਾਂ ਨੂੰ ਵਾਪਸ ਪਰਤਣ 'ਤੇ ਮਜਬੂਰ ਹੋ ਜਾਊਗੇ। ਪਰ ਮੈਨੂੰ ਲੱਗਦਾ ਹੈ ਕਿ ਇੱਦਾਂ ਹੋਣਾ ਜਿਹੜਾ ਹੈ ਉਹਦੇ ਚਾਂਸ ਜਿਹੜੇ ਹੈ ਬਹੁਤ ਘੱਟ ਨੇ, ਕਿਉਂਕਿ ਜਿਹੜੇ ਕਿਸਾਨ ਹੈ ਉਹ ਵਾਰ-ਵਾਰ ਕਹਿ ਰਹੇ ਹੈ ਕਿ ਅਸੀਂ 6 ਮਹੀਨੇ ਜੇ ਲੋੜ ਪਏਗੀ ਤਾਂ 6 ਮਹੀਨੇ ਵੀ ਇੱਥੇ ਰੁਕਾਂਗੇ, ਪਰ ਇਸ ਬਿੱਲ ਨੂੰ ਜਾਂ ਇਸ ਲਾਅ ਨੂੰ ਜਿਹੜਾ ਹੈ ਰਿਜੈਕਟ ਕਰਵਾ ਕੇ, ਕੈਂਸਲ ਕਰਵਾ ਕੇ, ਰਿਵੋਕ ਕਰਵਾ ਕੇ ਹੀ ਵਾਪਸ ਜਾਵਾਂਗੇ। ਬੇਦੀ ਸਾਹਿਬ, ਕੱਲ ਰਾਤ ਮੈਂ ਸੌ ਰਿਹਾ ਸੀ ਤਾਂ ਮੈਨੂੰ ਨਾ ਥੋੜੀ ਠੰਡ ਲੱਗੀ। ਮੈਨੂੰ ਲੱਗਿਆ ਕਿ ਮੈਨੂੰ ਖੇਸੀ ਮੋਟੀ ਲੈ ਲੈਣੀ ਚਾਹੀਦੀ ਹੈ, ਯਾਨੀ ਕੰਬਲ ਮੋਟਾ ਲੈ ਲੈਣਾ ਚਾਹੀਦਾ ਆਪਣੇ ਰੂਮ, ਇੱਕ ਕੋਜ਼ੀ ਰੂਮ ਦੇ ਅੰਦਰ। ਆਹ ਜਿਹੜੇ ਕਿਸਾਨ ਬੈਠੇ, ਮੇਰੇ ਕਿਸਾਨ ਵੀਰ ਮਾਤਾਵਾਂ ਭੈਣਾਂ ਬੈਠੀਆਂ ਨੇ, ਇਹ ਸੜਕ ਤੇ ਖੁੱਲ੍ਹੇਆਮ ਜਾਂ ਟਰਾਲੀਆਂ ਤੇ ਜਿੱਥੇ ਕੋਈ ਛੱਤਾਂ ਨਹੀਂ ਨੇ, ਤੇ ਇਹਨਾਂ ਕੋਲ ਕੋਈ, ਮੈਨੂੰ ਨਹੀਂ ਲੱਗਦਾ ਕਿੱਦਾਂ ਕੋਈ ਹੀਟਰ ਨਹੀਂ ਹੋਵੇਗਾ। ਖੇਸੀ ਹੋਵੇਗੀ ਤਾਂ ਨੈਚੁਰਲ ਕੋਈ ਬਹੁਤ ਮੋਟੇ ਇਹਨਾਂ ਕੋਲ ਇੰਤਜ਼ਾਮ ਨਹੀਂ ਹੋਣਗੇ। ਤੇ ਤੁਸੀਂ ਕਿੱਦਾਂ ਦੇਖਦੇ ਹੋ ਕਿ ਵੀ ਸਰਕਾਰ ਨੂੰ ਇਹਨਾਂ ਤੇ ਕਦੇ ਤਰਸ ਨਹੀਂ ਆਉਂਦਾ ਕਿ ਇਹ ਵੀ ਸਾਡੇ ਮੁਲਕ ਦੇ ਬੰਦੇ ਨੇ? ਮਨੀ ਜੀ, ਇੱਥੇ ਦੇਖੋ ਗੱਲ ਇਹ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਸੰਘਰਸ਼ ਤਾਂ ਜੀਵਨ ਦਾ ਇੱਕ ਹਿੱਸਾ ਹੈ। ਤੁਸੀਂ ਦੇਖੋ, ਸਵੇਰੇ ਭਲਕੇ ਉੱਠ ਜਾਣਾ, ਉੱਠ ਕੇ ਆਪਣੇ ਖੇਤਾਂ 'ਚ ਜਾਣਾ, ਜਾ ਕੇ ਜੋ ਵੀ ਉਹਨਾਂ ਦਾ ਜ਼ਰੂਰੀ ਕੰਮ ਹੈ ਉਹ ਕਰਨਾ, ਔਰ ਟਾਈਮਿੰਗਸ ਦੀ ਜਾਂ ਐਲੀਮੈਂਟਸ ਤੋਂ ਬਚਣ ਦੀ, ਕੁਦਰਤ ਤੋਂ ਬਚਣ ਦੀ, ਭਾਵੇਂ ਸਰਦੀ ਹੈ ਭਾਵੇਂ ਗਰਮੀ ਹੈ ਜਾਂ ਈਵਨ ਮੀਂਹ ਹੈ, ਉਹਨਾਂ ਕੋਲ ਇਹ ਕੋਈ ਸਹੂਲਤ ਸੀਗੀ ਨਹੀਂ। ਪਰ ਇੱਥੇ ਇਹ ਗੱਲ ਹੈ ਕਿ ਕਿਸਾਨਾਂ ਨੇ ਫਿਰ ਸੱਚ ਕਰਕੇ ਦਿਖਾਤਾ, ਸਿੱਧ ਕਰਕੇ ਦਿਖਾਤਾ ਕਿ ਜੈ ਜਵਾਨ ਜੈ ਕਿਸਾਨ। ਇਹ ਨਾਰਾ ਦਹਾਕਿਆਂ ਪਹਿਲਾਂ ਦਿੱਤਾ ਗਿਆ ਕਿਸਾਨਾਂ ਨੂੰ ਮੋਟੀਵੇਟ ਕਰਨ ਦੇ ਲਈ ਕਿ ਉਹ ਆਪਣੇ ਦੇਸ਼ ਲਈ ਜਿੰਨਾ ਜਿਹੜੀ ਫਸਲ ਹੈ, ਜਿੰਨੀ ਜ਼ਰੂਰੀ ਹੈ, ਉਹ ਲੈ ਕੇ ਆਉਣ ਜਾਂ ਉਨੀ ਪ੍ਰੋਡਿਊਸ ਕਰਨ, ਔਰ ਉਹ ਇਸ ਗੱਲ 'ਤੇ ਖਰੇ ਉਤਰੇ। ਪਰ ਅੱਜ ਉਹਨਾਂ ਨੂੰ ਇਹ ਲੱਗਦਾ ਹੋਏਗਾ ਕਿ ਸਰਕਾਰ ਨੇ ਸ਼ਾਇਦ ਉਹਨਾਂ ਦਾ ਹੌਸਲਾ ਜਾਂ ਕੌਨਫੀਡੈਂਸ ਜਿਹੜਾ ਤੋੜਤਾ। ਜੇ ਤੁਸੀਂ ਕਾਨੂੰਨ ਬਣਾਉਣਾ ਹੀ ਸੀਗਾ, ਜੇ ਇੰਨਾ ਹੀ ਜ਼ਰੂਰੀ ਸੀ ਤਾਂ ਉਹਨੂੰ ਨਾਲ ਲੈ ਕੇ ਤੁਰਦੇ। ਜਿਵੇਂ ਕਿ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਕਿ ਤੁਸੀਂ ਕਿਸੇ ਖੇਤੀ ਮਾਹਰ ਨੂੰ ਵਿੱਚ ਕਮੇਟੀ ਦੇ ਵਿੱਚ ਕਿਉਂ ਨਹੀਂ ਪਾ ਰਹੇ, ਇਹ ਢਿੱਲ ਕਿਉਂ ਹੋ ਰਹੀ ਹੈ? ਔਰ ਮੈਂ ਇਹ ਵੀ ਕਹੂੰਗਾ ਮਨੀਸ਼ ਜੀ ਕਿ ਸ਼ਾਇਦ ਸਰਕਾਰ ਦੀ ਪ੍ਰਾਇੋਰਿਟੀ ਕੁਝ ਹੋ ਰਹੀ ਹੈ, ਪ੍ਰਾਥਮਿਕਤਾ ਦਾ ਵਿਸ਼ਾ ਨਹੀਂ ਹੈ। ਦੇਖੋ, ਕੱਲ ਜੇ ਉਹਨਾਂ ਨੇ ਇਹ ਮੁੱਦਾ ਚੱਕਿਆ ਤਾਂ ਮੇ ਵੀ ਕੱਲ ਪਰਸੋਂ ਹੀ ਉਹ ਜਿਹੜੇ ਹੈਦਰਾਬਾਦ ਦੇ ਮਿਊਨਿਸਪਲ ਚੋਣਾਂ ਤੋਂ ਫਰੀ ਹੋ ਕੇ ਹੁਣ ਇੱਥੇ ਆਏ ਹੈ। ਦੇਖੋ, ਬੜੀ ਹੈਰਾਨੀ ਦੀ ਗੱਲ ਹੈ, ਤਰਾਸਦੀ ਦੀ ਗੱਲ ਹੈ ਕਿ ਮਿਊਨਿਸਪਲ ਚੋਣਾਂ ਜਿਹੜੀਆਂ ਕਿ ਸਿਰਫ ਲੋਕਲ ਮੁੱਦਿਆਂ ਨਾਲ ਸੰਬੰਧ ਰੱਖਦੀਆਂ ਤੇ ਇੱਥੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਦੀ ਆਜੀਵਿਕਾ
ਜਾਂ ਉਹਨਾਂ ਦੇ ਜੀਵਨ ਮਰਨ ਦਾ ਸਵਾਲ ਹੈ। ਨਹੀਂ, ਗੱਲ ਤੁਹਾਡੀ ਬਿਲਕੁਲ ਸਹੀ ਹੈ ਬੇਦੀ ਸਾਹਿਬ ਕਿ ਲੋਕਲ ਮਿਊਨਿਸਪੈਲਿਟੀ ਦੇ ਚੋਣਾਂ ਦੇ ਵਿੱਚ ਤੁਹਾਨੂੰ ਇੱਥੇ ਕੇਂਦਰੀ ਮੰਤਰੀ ਜਾ ਰਹੇ ਨੇ ਉੱਥੇ ਪ੍ਰਚਾਰ ਕਰਨ, ਲੇਕਿਨ ਕਿਸਾਨਾਂ ਦੀ ਸੁਰ ਲੈਣ ਦੇ ਵਾਸਤੇ ਕੋਈ ਉਹ ਮੰਤਰੀ ਨਹੀਂ ਆ ਰਹੇ। ਤਾਂ ਇੱਕ ਤਾਂ ਇਹ ਗੱਲ ਤੁਹਾਡੀ ਬਹੁਤ ਵਧੀਆ ਸੀ। ਤੁਸੀਂ ਬੜੀ ਵਧੀਆ ਹੋਰ ਗੱਲ ਕੀਤੀ, ਜੈ ਜਵਾਨ ਜੈ ਕਿਸਾਨ। ਇਹੀ ਜਿਹੜੇ ਕਿਸਾਨ ਨੇ ਇਹਨਾਂ ਦੇ ਹੀ ਪੁੱਤ ਬਾਰਡਰ ਤੇ ਜਾ ਕੇ ਸੈਨਿਕ ਵਜੋਂ ਲੜਦੇ ਨੇ ਤੇ ਉਹਨਾਂ ਦੇ ਜਿਹੜੇ ਬਾਪੂ ਨੇ ਕਿਸਾਨੀ ਕਰਦੇ ਨੇ, ਲੇਕਿਨ ਕਿਤੇ ਨਾ ਕਿਤੇ ਥੋੜੇ ਬਹੁਤ ਜਿਹੜੇ ਸ਼ਰਾਰਤੀ ਤੱਤ ਨੇ ਉਹ ਇਹਨੂੰ ਵੱਖਵਾਦੀ ਰੰਗ ਦੇਣ ਦਾ ਜਿਹੜਾ ਕੋਸ਼ਿਸ਼ ਕਰ ਰਹੇ ਸੀ, ਉਹ ਜਿਹੜੀ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਸਫਲ ਨਹੀਂ ਹੋਈ। ਸਭ ਤੋਂ ਵੱਡੀ ਤੁਹਾਨੂੰ ਮੈਂ ਇਹ ਗੱਲ ਦੱਸਣਾ ਚਾਹਾਂਗਾ ਕਿ ਇਸ ਅੰਦੋਲਨ ਦੇ ਵਿੱਚ ਜਿਹੜੀ ਉੱਭਰ ਕੇ 2-3 ਚੀਜ਼ਾਂ ਸਾਹਮਣੇ ਆਈਆਂ ਨੇ ਬੇਦੀ ਸਾਹਿਬ, ਕਿ ਪੰਜਾਬ ਹਰਿਆਣਾ ਦੇ ਜਿੰਨੇ ਲੱਖ ਮਤਭੇਦ ਹੋਣ, ਪਾਣੀਆਂ ਦੇ ਮਸਲੇ ਹੋਣ, ਰਾਜਧਾਨੀ ਦੇ ਮਸਲੇ ਹੋਣ, ਲੇਕਿਨ ਜੋ ਏਕਾ ਪੰਜਾਬ ਤੇ ਹਰਿਆਣਾ ਨੇ ਮਿਲ ਕੇ ਵਿਖਾਇਆ ਏ, ਤੇ ਨਾਲ ਰਾਜਸਥਾਨ, ਯੂਪੀ, ਬਿਹਾਰ ਵੀ, ਮਹਾਰਾਸ਼ਟਰ ਵੀ ਜਿਹੜੇ ਕਿਸਾਨ ਇਕੱਠੇ ਹੋ ਰਹੇ ਨੇ, ਕਿਤੇ ਨਾ ਕਿਤੇ ਪੰਜਾਬੀਆਂ ਨੇ ਭਾਵੇਂ ਲੀਡ ਕੀਤਾ, ਪੰਜਾਬ ਨੇ ਲੀਡ ਕੀਤਾ, ਲੇਕਿਨ ਇਹ ਪੂਰੇ ਮੁਲਕ ਦਾ ਜਿਹੜਾ ਅੰਦੋਲਨ ਬਣ ਰਿਹਾ ਹੈ ਤੇ ਜਿਹੜਾ ਇਹਨੂੰ ਵੱਖਵਾਦੀ ਕਿ ਸਿਰਫ ਪੰਜਾਬ ਰਿਲੇਟਡ ਹੈ ਜੀ, ਪੰਜਾਬ ਤੇ ਸਪੈਸੀਫਿਕ ਹੈ, ਉਹ ਜਿਹੜੀ ਧਾਰਨਾ ਵੇ ਉਹ ਵੀ ਭੰਗ ਹੋਈ ਹੈ ਕਿਤੇ ਨਾ ਕਿਤੇ। ਤੇ ਦਿੱਲੀ ਦੇ ਆਮ ਲੋਕ ਵੀ ਕਿਸਾਨਾਂ ਦੇ ਸਮਰਥਨ ਚ ਆਏ ਨੇ, ਹਰਿਆਣਾ ਸਾਰਾ ਸਮਰਥਨ ਚ ਆਇਆ ਤੇ ਸਰਕਾਰ ਨੂੰ ਇਸ ਕਰਕੇ ਭੱਜਣਾ ਹੁਣ ਪੈ ਗਈਆਂ ਨੇ। ਕੀ ਸੋਚਦੇ ਹੋ ਇਹਦੇ ਬਾਰੇ? ਬਿਲਕੁਲ ਤੁਹਾਡੀ ਆਬਜ਼ਰਵੇਸ਼ਨ ਜਿਹੜੀ ਹੈ ਬਿਲਕੁਲ ਠੀਕ ਹੈ ਕਿ ਇੱਕ ਪੋਜ਼ਿਟਿਵ ਸਾਈਨ ਹੈ ਜਿਹੜੇ ਅਲੱਗ-ਅਲੱਗ ਕਿਸਾਨ ਨੇ ਜਾਂ ਅਲੱਗ-ਅਲੱਗ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਸਟੇਟਸ ਤੋਂ ਉਹ ਇਕੱਠੀਆਂ ਹੋਣ ਦੀ ਕੋਸ਼ਿਸ਼ ਕਰ ਰਹੀਆਂ। ਸਰਕਾਰ ਨੂੰ ਜਿਹੜਾ ਮੈਸੇਜ ਜਾਏਗਾ ਕਿ ਅਸੀਂ ਇੱਕ ਹਾਂ। ਔਰ ਦੇਖੋ ਅੰਤ ਦੇ ਵਿੱਚ ਜਿਹੜਾ ਬਿੱਲ ਦਾ ਜਾਂ ਲਾਅ ਦਾ ਅਸਰ ਹੈ ਉਹ ਸਾਰੇ ਦੇਸ਼ ਦੇ ਵਿੱਚ ਪੈਣਾ, ਸੋ ਕਿਉਂ ਨਾ ਅੱਗੇ ਆਏ ਜਦੋਂ ਮੌਕਾ ਮਿਲਿਆ ਜਾਵੇ। ਦੂਸਰੀ ਗੱਲ ਮਨੀਤ ਜੀ, ਮੈਂ ਇਹ ਕਹੂੰਗਾ ਕਿ ਹੁਣ ਉਹ ਟਾਈਮ ਆ ਗਿਆ ਹੈ ਕਿ ਜੇ ਸਰਕਾਰ ਨੇ ਕੱਲ੍ਹ ਇੱਕ ਪਹਿਲ ਕੀਤੀ ਹੈ ਤਾਂ ਹੁਣ ਉਸ ਪਹਿਲ ਨੂੰ ਅੱਗੇ ਵਧਾਉਣ। ਕੱਲ੍ਹ ਜਿਹੜਾ 3 ਦਸੰਬਰ ਦਾ ਟਾਈਮ ਉਹਨਾਂ ਨੇ ਲਿਆ ਜਾਂ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ, ਹੁਣ ਦੇਖਣਾ ਇਹ ਕਿ ਸਰਕਾਰ ਆਪਣੀ ਗੱਲ ਤੇ ਖਰੀ ਉਤਰੇਗੀ ਕਿ ਨਹੀਂ, ਕਿਉਂਕਿ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਤੁਹਾਡੀ ਕਹਿਣੀ ਔਰ ਕਥਨੀ ਜਿਹੜੀ ਇੱਕੋ ਜਿਹੀ ਹੋਣੀ ਚਾਹੀਦੀ ਹੈ। ਹੁਣ ਮਨੀਤ ਜੀ, ਮੈਂ ਤੁਹਾਨੂੰ ਕਹਾਂ ਮੈਂ ਤੁਹਾਡਾ ਹਮਦਰਦ ਹਾਂ, ਠੀਕ ਹੈ, ਤੁਸੀਂ ਮੇਰੇ ਕੋਲ ਲੋੜ ਪੈਣ 'ਤੇ ਮਦਦ ਲਈ ਆ ਸਕਦੇ ਹੋ। ਤੁਸੀਂ ਮੇਰੇ ਘਰ ਆਓ ਔਰ ਮੈਂ ਤੁਹਾਨੂੰ ਬੂਹਾ ਹੀ ਨਾ ਖੋਲਾਂ ਜਾਂ ਮੈਂ ਤੁਹਾਨੂੰ ਟਾਲ ਮਟੋਲ ਕਰੀ ਜਾਵਾਂ, ਤੁਹਾਨੂੰ ਨਹੀਂ ਲੱਗਦਾ ਆਪਣੇ ਕਿਸਾਨਾਂ ਨਾਲ ਇਹੀ ਗੱਲ, ਜਾਂ ਮੈਂ ਤੁਹਾਨੂੰ ਪਾਣੀ ਸੁੱਟਾਂ ਤੁਹਾਨੂੰ ਨਹੀਂ ਲੱਗਦਾ ਆਪਣੇ ਕਿਸਾਨਾਂ ਨਾਲ ਕੁਝ ਇਹੋ ਜਿਹਾ ਹੀ ਹੋ ਰਿਹਾ? ਨਹੀਂ, ਦੇਖੋ ਸ਼ੁਰੂ ਦੇ ਵਿੱਚ ਬੇਦੀ ਸਾਹਿਬ ਬਿਲਕੁਲ ਇਦਾਂ ਹੋਇਆ ਸੀਗਾ ਤੇ ਉਹਦੇ ਬਾਅਦ ਜਿਹੜੀ ਇਹਨਾਂ ਨੇ ਮੀਟਿੰਗ ਦੀ ਥੋੜੀ ਅੱਗੇ ਕੀਤੀ ਹੈ, ਕੇਂਦਰ ਸਰਕਾਰ ਨੇ ਵੀ ਥੋੜਾ ਬਹੁਤ ਮੌਕੇ ਦੀ ਸੰਜੀਦਗੀ ਨੂੰ ਮੇਰੇ ਖਿਆਲ ਥੋੜਾ ਬਹੁਤ ਸਮਝਿਆ ਏ, ਮੀਟਿੰਗ ਨੂੰ ਗਾਹਾਂ ਇਹਨਾਂ ਨੇ ਕੀਤਾ ਏ। ਤੇ ਜਿਹੜੀ ਮੀਟਿੰਗ 1 ਦਸੰਬਰ ਨੂੰ ਹੋਈ ਹੈ, ਭਾਵੇਂ ਦੇਖੋ ਫੈਸਲਾ ਇੱਕ ਮੀਟਿੰਗ ਦੇ ਵਿੱਚ ਪੱਕੀ ਗੱਲ ਹੈ ਕਿ ਨਹੀਂ ਹੁੰਦਾ, 4-5 ਮੀਟਿੰਗਸ ਜ਼ਰੂਰ ਲੱਗਦੀਆਂ ਨੇ। ਹੁਣ 3 ਦਸੰਬਰ ਦੀ ਜਿਹੜੀ ਮੀਟਿੰਗ ਹੈ ਉਹਦੇ 'ਚ ਆਪਾਂ ਨੂੰ ਵੇਖਣਾ ਪਵੇਗਾ ਕਿ ਕੀ ਹੁੰਦਾ ਹੈ। ਕੇਂਦਰ ਨੇ ਵੀ ਹੁਣ ਜਿਹੜਾ ਸੀਰੀਅਸ ਇਹਨੂੰ ਮੁੱਦੇ ਨੂੰ ਲੈਣਾ ਥੋੜਾ ਬਹੁਤ ਸ਼ੁਰੂ ਕਰ ਦਿੱਤਾ ਹੈ। ਤੇ ਜਦੋਂ ਤੱਕ ਕੱਲ ਖਬਰਾਂ ਆ ਰਹੀਆਂ ਸੀ ਕਿ ਰਾਜਨਾਥ ਸਿੰਘ ਜੋ ਕਿ ਸਾਬਕਾ ਖੇਤੀਬਾੜੀ ਮੰਤਰੀ ਨੇ ਤੇ ਕਾਫੀ ਇੱਕ ਉੱਗੇ ਨੇਤਾ ਨੇ, ਕਾਫੀ ਉਹਨਾਂ ਨੂੰ ਐਜ਼ ਅ ਨੈਗੋਸ਼ੀਏਟਰ ਉਹਨਾਂ ਦਾ ਇੱਕ ਤਜਰਬਾ ਹੈਗਾ ਏ, ਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਵੀ ਉਹ ਹੈੱਡ ਬਣਨਗੇ, ਜਿਹੜੀ ਵਾਰਤਾਲਾਪ ਹੋਵੇਗੀ, ਟੇਬਲ ਤੇ ਜਿਹੜੀ ਟਾਕਸ ਹੋਣਗੀਆਂ ਉਹਦੇ ਮੋਢੀ ਰਾਜਨਾਥ ਸਿੰਘ ਹੋਰੀ ਬਣਨਗੇ ਤੇ ਉਹਦੇ ਵਿੱਚ ਅਮਿਤ ਸ਼ਾਹ ਹੋਰੀ, ਨਰਿੰਦਰ ਤੋਮਰ ਤੇ ਹੋਰ ਵੀ ਉੱਗੇ ਨੇਤਾ ਜਿਹੜੀ ਏ ਟੀਮ ਹੈ ਪ੍ਰਧਾਨ ਮੰਤਰੀ ਤੋਂ ਬਾਅਦ ਜਿਹੜੀ ਕੈਬਨਿਟ ਦੀ ਏ ਟੀਮ ਹੈ ਪੂਰੀ ਸ਼ਮੂਲੀਅਤ ਕਰੇਗੀ, ਲੇਕਿਨ ਉਹਨਾਂ ਨੇ ਨਹੀਂ ਕੀਤੀ। ਲੇਕਿਨ ਮੈਨੂੰ ਪੂਰੀ ਉਮੀਦ ਹੈ 3 ਦਸੰਬਰ ਨੂੰ ਪੂਰੀ ਏ ਟੀਮ ਜਿਹੜੀ ਕੇਂਦਰ ਦੀ ਹੈਗੀ ਆ ਉਹ ਸ਼ਮੂਲੀਅਤ ਕਰੇਗੀ ਤੇ ਕਿਸਾਨੇ ਜਥੇਬੰਦੀਆਂ ਵੀ ਜਿਹੜੇ 35 ਉਹਨਾਂ ਦੀ ਮੰਗ ਹੈ ਕਿ ਸਾਰੇ ਇੰਡੀਆ ਦੇ ਹੋ ਕੇ ਕੁਛ ਨਾ ਕੁਛ, ਮੈਨੂੰ ਲੱਗਦਾ 3 ਦਸੰਬਰ ਨੂੰ ਆਪਾਂ ਕੁਝ ਪੋਜ਼ਿਟਿਵ ਦੇਖ ਸਕਦੇ ਹਾਂ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਮਨੀਸ਼ ਜੀ, ਮੈਂ ਤਾਂ ਇਹ ਕਹੂੰਗਾ ਕਿ ਸਾਰੇ ਜਿੰਨੇ ਵੀ ਲੋਕ ਇਹਦੇ ਵਿੱਚ ਇਨਵੋਲਵ ਨੇ, ਭਾਵੇਂ ਕਿਸਾਨ ਹੈ, ਭਾਵੇਂ ਸਰਕਾਰ ਹੈ, ਭਾਵੇਂ ਆਮ ਜਨਤਾ ਹੈ, ਉਹਨਾਂ ਦਾ ਫਾਇਦਾ ਇਹੀ ਹੈ ਕਿ ਜੇ ਇਹਦਾ ਰਸਤਾ ਨਿਕਲ ਆਵੇ ਕੋਈ। ਪਰ ਥੋੜੀ ਜਿਹੀ ਮੈਨੂੰ ਜਿਹੜੀ ਹੈ ਸ਼ੰਕਾ ਇਸ ਗੱਲ ਤੋਂ ਆਉਂਦੀ ਹੈ ਕਿ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਜਿੰਨੀ ਪ੍ਰਾਥਮਿਕਤਾ ਇਸ ਮੁੱਦੇ ਨੂੰ ਦੇਣੀ ਚਾਹੀਦੀ ਸੀਗੀ ਉਹ ਹੁਣ ਤੱਕ ਦਿੱਤੀ ਨਹੀਂ ਗਈ। ਠੀਕ ਹੈ, ਤੁਹਾਡਾ ਇਹ ਕਹਿਣਾ ਠੀਕ ਹੈ ਕਿ ਹੁਣ ਜਿਹੜੇ ਕੁਝ ਉਹਨਾਂ ਦੇ ਪ੍ਰਮੁੱਖ ਲੀਡਰ ਨੇ ਉਹ ਅੱਗੇ ਆ ਰਹੇ ਹੈ, ਉਹਨਾਂ ਦੀ ਦੇਖ ਰੇਖ ਦੇ ਵਿੱਚ ਕਮੇਟੀ ਬਣਾਈ ਜਾਏਗੀ ਜਾਂ ਜਿਹੜਾ ਕਿ ਉਹ ਇਸ ਕੈਂਪੇਨ ਨੂੰ ਲੀਡ ਕਰੂਗੇ। ਪਰ ਜਿਵੇਂ ਤੁਸੀਂ ਕਿਹਾ, ਇਸ ਗੱਲ ਨੂੰ ਟਾਈਮ ਲੱਗੇਗਾ, ਸਮਾਂ ਜਿਹੜਾ ਲੱਗੇਗਾ, ਕਿਉਂਕਿ ਨੈਗੋਸੀਏਸ਼ਨਸ ਇੰਨੀ ਜਲਦੀ ਨਹੀਂ ਨਿਬੜਦੀਆਂ। ਕੁਝ ਗੱਲਾਂ ਸਰਕਾਰ ਵੱਲੋਂ ਆਉਣਗੀਆਂ, ਕੁਝ ਗੱਲਾਂ ਜਿਹੜੇ ਹੈ ਜਿਹੜੇ ਕਿਸਾਨੀ ਲੀਡਰ ਹੈ ਉਹ ਅੱਗੇ ਰੱਖਣਗੇ। ਉਸ ਤੋਂ ਬਾਅਦ ਇਹ ਦੇਖਣਾ ਪਊਗਾ ਕਿ ਅੱਗੇ ਦਾ ਰਸਤਾ ਕੀ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਜਿਵੇਂ ਕਿਸਾਨ ਜੋ ਕਹਿ ਰਹੇ ਹੈ ਕਿ ਸ਼ਾਇਦ ਹੀ ਉਹ ਬਿੱਲ ਵਾਪਸੀ ਤੋਂ ਬਿਨਾਂ ਕੋਈ ਕਿਸੇ ਹੋਰ ਗੱਲ 'ਤੇ ਮੰਨਣਗੇ, ਇਹ ਵੀ ਦੇਖਣਾ ਪਏਗਾ। ਔਰ ਮੈਂ ਇੱਕ ਗੱਲ ਹੋਰ ਇੱਥੇ ਕਹਿਣਾ ਚਾਹਾਂਗਾ ਮਨੀਤ ਜੀ ਕਿ ਹੋ ਸਕਦਾ ਥੋੜੀ ਬੁਰੀ ਲੱਗੇ ਕਿ ਇੰਨੀ ਕਾਹਲੀ ਸੀ ਇਹ ਬਿੱਲ ਨੂੰ, ਇਹਨਾਂ ਲਾਜ਼ ਨੂੰ ਲੈ ਕੇ ਆਉਣ ਦੀ, ਇਹਨਾਂ ਕਾਨੂੰਨਾਂ ਨੂੰ ਲੈ ਕੇ ਆਉਣ ਦੀ। ਜਿਵੇਂ ਕਿ ਆਪਾਂ ਦੇਖਿਆ ਹੈ
ਹੁਣੇ ਆਪਣਾ ਦੇਸ਼ ਜਿਹੜਾ ਹੈ ਕੋਵਿਡ ਮਹਾਮਾਰੀ ਤੋਂ ਉੱਭਰ ਰਿਹਾ, ਜਿਹਦੇ ਵਿੱਚ ਕਿ ਆਲਰੇਡੀ ਇਕਨੋਮੀ ਜਿਹੜੀ ਹੈ ਉਹ ਇੰਨੀ ਡਾਊਨ ਜਾ ਚੁੱਕੀ ਸੀਗੀ, ਔਰ ਸਿਰਫ ਇੱਕ ਖੇਤੀਬਾੜੀ ਨੇ ਆਪਣੀ ਇਕਨੋਮੀ ਨੂੰ ਕੁਝ ਆਪਾਂ ਕਹਿ ਸਕਦੇ ਹਾਂ ਕਿ ਅਫਲੋਟ ਰੱਖ ਰਹੀ ਸੀ, ਬਚਾਇਆ ਹੋਇਆ ਸੀਗਾ। ਤੇ ਹੁਣ ਆਪਾਂ ਜਿਹੜਾ ਕਮਾਊ ਪੁੱਤ ਸੀਗਾ ਉਹਦੇ ਦੀ ਡਾਂਗਾ ਜਿਹੜੀਆਂ ਮਾਰਨ ਲੱਗ ਗਏ। ਗੱਲ ਤੁਹਾਡੀ ਬਿਲਕੁਲ ਸਹੀ ਹੈ। ਕੋਵਿਡ ਦੇ ਸਮੇਂ ਦੇ ਵਿੱਚ ਇਦਾਂ ਦੇ ਜਿਹੜੇ ਵੱਡੇ ਕਾਨੂੰਨ ਨੇ ਲੈ ਕੇ ਆਉਣ ਦੀ ਲੋੜ ਨਹੀਂ ਸੀਗੀ। ਕਿਸਾਨੀ ਵਿਸ਼ੇਸ਼জ্ञਾਂ ਨੂੰ ਪਹਿਲਾਂ ਆਪਣੇ ਕੌਨਫੀਡੈਂਸ ਦੇ ਵਿੱਚ ਲੈ ਕੇ ਗੱਲਬਾਤ ਕਰਕੇ ਹੀ ਇਦਾਂ ਦਾ ਕੋਈ ਕਦਮ ਚੁੱਕਣਾ ਚਾਹੀਦਾ ਸੀ, ਲੇਕਿਨ ਮੋਦੀ ਹੈ ਤਾਂ ਮੁਮਕਿਨ ਹੈ। ਇਹ ਅਸੀਂ ਨਾਰਾ ਹਮੇਸ਼ਾ ਸੁਣਿਆ ਹੈ ਤੇ ਮੋਦੀ ਸਾਹਿਬ ਜਿਹੜਾ ਇੱਕ ਵਾਰੀ ਸੋਚ ਲੈਂਦੇ ਨੇ ਉਹ ਕਰਕੇ ਹੀ ਹਟਦੇ ਨੇ। ਤੇ ਇਸ ਵਾਰੀ ਮੋਦੀ ਸਾਹਿਬ ਜਾਂ ਕਿਸਾਨਾਂ ਦੀ ਈਗੋ ਦੀ ਗੱਲ ਨਹੀਂ ਹੈਗੀ, ਇੱਕ ਦੇਸ਼ ਦੀ ਗੱਲ ਹੈ। ਦੇਸ਼ ਅੱਗੇ ਵਧਣਾ ਚਾਹੀਦਾ। ਜੇ ਕਿਤੇ ਸੋਧ ਵੀ ਕਰਨੀ ਪਵੇ, ਦੇਖੋ ਮੇਰੇ ਪਰਸਨਲ ਨਿੱਜੀ ਰਾਏ ਵੇ ਕਿ ਜੇ ਕਿਸਾਨਾਂ ਦੇ ਨਾਲ ਜੇ ਕਾਨੂੰਨ ਵਾਪਸ ਨਹੀਂ ਲਏ ਜਾ ਸਕਦੇ, ਉਹਨਾਂ 'ਚ ਕੋਈ ਸੋਧ ਕਰਕੇ MSP ਹਰ ਥਾਂ ਤੇ ਇਨਕਲੂਡ ਕਰਕੇ ਕਿਤੇ ਨਾ ਕਿਤੇ ਇਹ ਐਗਜ਼ੈਕਟਿਵ ਆਰਡਰ ਰਾਹੀਂ ਵੀ ਅਗਰ ਪੋਸੀਬਲ ਕੀਤਾ ਜਾ ਸਕੇ, ਕਿਸਾਨਾਂ ਨੂੰ ਨੁਕਸਾਨ ਨਹੀਂ ਹੋਵੇਗਾ, ਤਾਂ ਵੀ ਅਸੀਂ ਸੋਚਦੇ ਹਾਂ ਕਿ ਇਹਦਾ ਕੋਈ ਨਾ ਕੋਈ ਇਹਨੂੰ ਹੱਲ ਮੰਨ ਸਕਦੇ ਨੇ ਕਿਸਾਨ। ਇਹਦੇ ਬਾਰੇ ਕਿਸਾਨਾਂ ਨੇ ਦੱਸਣਾ ਇੱਕ, ਪਰ ਮੇਰੇ ਪਰਸਨਲ ਤੌਰ ਤੇ ਇਦਾਂ ਦਾ ਵੀ ਕੋਈ ਸੋਲੂਸ਼ਨ ਨਿਕਲ ਸਕਦਾ ਹੈ। ਇਹ ਮੇਰਾ ਪਰਸਨਲ ਓਪੀਨੀਅਨ ਹੈ। ਪਰ ਜਿੱਦਾਂ ਤੁਸੀਂ ਕਿਹਾ, ਕਿਸਾਨ ਕਹਿੰਦੇ ਨੇ ਅਸੀਂ ਬਿਲਕੁਲ ਤਿੰਨਾਂ ਦੇ ਤਿੰਨ ਵਾਪਸ ਹੋਣਗੇ ਤਾਂ ਹੀ ਘਰ ਮੁੜਾਂਗੇ, ਉਹ ਵੇਖਣਾ ਹੋਵੇਗਾ। ਕਿਉਂਕਿ ਕੁਝ ਜਿਹੜੇ ਬਿਆਨ ਨੇ ਉਹ ਗਰਮ ਖਿਆਲੀ ਲੀਡਰ ਵੀ ਦੇ ਦਿੰਦੇ ਨੇ, ਤੇ ਜਦੋਂ ਆਪਾਂ ਲੀਡਰਾਂ ਨਾਲ ਜਿਹੜੇ ਮੀਟਿੰਗ ਰੂਮ 'ਚ ਬੈਠੇ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਕੁਝ ਨਜ਼ਾਰਾ ਥੋੜਾ ਬਹੁਤ ਹੋਰ ਨਿਕਲ ਕੇ ਆਉਂਦਾ ਹੈ ਸਾਹਮਣੇ। ਤੇ ਇਸ ਕਰਕੇ ਬਾਕੀ ਮੁੱਦਾ ਜਿੱਦਾਂ ਪਤਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਵੀ ਕਾਫੀ ਮੇਨ ਇਸ ਟਾਈਮ ਮੁੱਦਾ ਚੱਲਦਾ ਪਿਆ ਹੈ, ਤੇ ਉਮੀਦ ਕਰਦੇ ਹਾਂ ਕਿ ਕੋਈ ਨਾ ਕੋਈ ਸਿੱਟਾ ਜ਼ਰੂਰ ਨਿਕਲ ਕੇ ਆਵੇਗਾ। ਹੋਰ ਬੇਦੀ ਸਾਹਿਬ ਤੁਸੀਂ ਕੁਝ ਐਡ ਕਰਨਾ ਚਾਹੋਗੇ ਇਹਦੇ ਉੱਪਰ? ਮਨੀਸ਼ ਜੀ, ਤੁਸੀਂ ਮੇਰੇ ਖਿਆਲ ਬਿਲਕੁਲ ਸਹੀ ਗੱਲ ਕਹੀ ਕਿ ਜਦੋਂ ਕੋਈ ਪ੍ਰੋਟੈਸਟ ਹੁੰਦਾ ਹੈ ਤਾਂ ਨਾਅਰੇਬਾਜ਼ੀ ਦੇ ਵਿੱਚ ਕਈ ਵਾਰੀ ਕੁਝ ਗੱਲਾਂ ਹੋਰ ਤਰੀਕੇ ਨਾਲ ਦੱਸੀਆਂ ਜਾਂਦੀਆਂ, ਔਰ ਜਦੋਂ ਮੀਟਿੰਗ ਟੇਬਲ ਤੇ ਬੈਠਿਆ ਜਾਂਦਾ ਹੈ ਉਦੋਂ ਜਿਹੜੀ ਗੱਲ ਹੈ ਉਹ ਹੋ ਸਕਦਾ ਹੈ ਨਿਬੜ ਵੀ ਜਾਏ ਜਾਂ ਕੋਈ ਮਿਡਲ ਗਰਾਊਂਡ ਜਾਂ ਮਿਡਲ ਰਸਤਾ ਜਿਹੜਾ ਲੱਭ ਲਿਆ ਜਾਏ। ਪਰ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗਾ ਮਨੀਸ਼ ਜੀ ਕਿ ਆਪਾਂ ਇਹ ਕਾਨੂੰਨ ਤਾਂ ਲੈ ਆਏ, ਔਰ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕੋਈ ਬਹੁਤ ਹੀ ਵਿਸ਼ੇਸ਼ ਵਜ੍ਹਾ ਵੀ ਨਹੀਂ ਸਮਝ ਆ ਰਹੀ ਕਿ ਇੰਨੀ ਕਾਹਲੀ ਕਾਹਦੀ ਸੀਗੀ। ਤਾਂ ਮਨੀਸ਼ ਜੀ, ਜਿਹੜੇ ਇੰਨੇ ਸਾਰੇ ਹਰ ਸਾਲ ਕਿਸਾਨਾਂ ਦੀਆਂ ਜਾਨਾਂ ਜਾਂਦੀਆਂ, ਫਾਰਮ ਸੁਸਾਈਡ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹੜੀ ਆਤਮ ਹੱਤਿਆ ਹੁੰਦੀਆਂ, ਉਹਦੇ ਬਾਰੇ ਸਰਕਾਰ ਨੇ ਇੰਨੀ ਜਲਦੀ ਜਾਂ ਅਰਜੈਂਟਲੀ ਕੋਈ ਸਟੈਪ ਲੈਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਉਹਦੇ ਬਾਰੇ ਕੋਈ ਕਦਮ ਕਿਉਂ ਨਹੀਂ ਚੱਕੇ ਗਏ? ਕੀ ਇਹ ਗੱਲ ਤੁਹਾਡੇ ਮਨ 'ਚ ਤੁਹਾਡੀ ਇਹ ਗੱਲ ਮਨ 'ਚ ਨਹੀਂ ਆਉਂਦੀ? ਮੇਰੇ ਦਿਮਾਗ 'ਚ ਨਹੀਂ ਆਈ, ਪਰ ਬਹੁਤ ਵਧੀਆ ਤੁਸੀਂ ਇੱਕ ਗੱਲ ਕੀਤੀ ਹੈ ਕਿ ਇਦਾਂ ਦਾ ਵੀ ਕੋਈ ਸੋਚਣਾ ਚਾਹੀਦਾ ਸੀ ਕਿਸਾਨ ਨੂੰ ਕਿ ਕਿਸਾਨਾਂ ਦੇ ਸੁਸਾਈਡ ਨਾ ਹੋਣ, ਲੋਨਸ ਦੇ ਉੱਪਰ ਕੋਈ ਆਰਡੀਨੈਂਸ ਲੈ ਕੇ ਆਉਂਦੇ, ਮਜਬੂਰ ਨਾ ਹੋ ਜਾਣ ਇਹੋ ਜਿਹਾ ਸਟੈਪ ਲੈਣ ਤੇ ਕੋਈ। ਕਿਉਂਕਿ ਦੇਖੋ, ਮੈਂ ਫਿਰ ਉਹੀ ਗੱਲ ਕਹੂੰਗਾ ਕਿ ਤੁਸੀਂ ਕਿਸਾਨੀ ਦਾ ਲੱਕ ਭੰਨ ਦੋਗੇ, ਜਿਹੜੀ ਆਪਣੀ ਇਕਨੋਮੀ ਇਸ ਵੇਲੇ ਕਿਸਾਨੀ ਨੇ ਬਚਾਈ ਹੈ, ਜਿਹੜਾ ਕਮਾਊ ਪੁੱਤ ਸੀਗਾ ਤੁਸੀਂ ਉਹਨੂੰ ਹੀ ਡਾਂਗਾ ਮਾਰਨ ਲੱਗੇ। ਮੈਂ ਤਾਂ ਫਿਰ ਉਹੀ ਬਿਲਕੁਲ ਸਹੀ ਗੱਲ ਤੁਸੀਂ ਕਹੀ ਬੇਦੀ ਸਾਹਿਬ। ਜਿਹੜੀ ਇਕਨੋਮੀ 7% ਗਿਰੀ ਸੀਗੀ ਪਿਛਲੇ ਕੁਆਟਰ, 7.25, ਉਹਦੇ ਵਿੱਚੋਂ ਅਗਰ ਆਪਾਂ ਕੱਲੀ ਕਿਸਾਨੀ ਨੂੰ ਅੱਡ ਕਰ ਦਈਏ, ਐਗਰੀਕਲਚਰ 4% ਗਰੋ ਕੀਤਾ ਸੀ। ਬਿਲਕੁਲ ਸਹੀ। ਇੱਕ ਸਾਡਾ ਕਮਾਊ ਪੁੱਤ ਹੈ ਤਾਂ ਅਸੀਂ ਇਹਨੂੰ ਹੀ ਡਾਂਗਾ ਮਾਰ ਰਹੇ, ਇਹਨੂੰ ਵਾਟਰ ਕੈਨਨ ਸਿੱਟ ਰਹੇ ਹਾਂ, ਤੇ ਇਹ ਮਾੜੀ ਗੱਲ ਲੱਗ ਰਹੀ। ਦੇਖੋ, ਕਹਾਵਤ ਹੈ ਕਿ ਚਲਦੇ ਘੋੜੇ ਨੂੰ ਚਾਬਕ ਨਹੀਂ ਮਾਰੇ ਜਾਂਦੇ। ਬਿਲਕੁਲ। ਤੇ ਹੁਣ ਇਹ ਦੇਖਣਾ ਹੋਏਗਾ ਕਿ ਸਰਕਾਰ ਮੌਕੇ ਨੂੰ ਕਿਵੇਂ ਸੰਭਾਲਦੀ ਹੈ, ਕਿਉਂਕਿ ਦ ਬਾਲ ਇਜ਼ ਇਨ ਦ ਗਵਰਨਮੈਂਟਸ ਕੋਰਟ ਨਾਓ, ਜੇ ਆਪਾਂ ਇੰਗਲਿਸ਼ 'ਚ ਕਹੀਏ ਤਾਂ। ਇੱਦਾਂ ਨਾ ਹੋਵੇ ਕਿ ਜੋ ਗਲਤੀ ਨੀਰੋ ਨੇ ਕੀਤੀ ਸੀਗੀ ਜਦੋਂ ਰੋਮ ਸੜ ਰਿਹਾ ਸੀਗਾ, ਰੋਮ 'ਚ ਅੱਗ ਲੱਗੀ ਹੋਈ ਸੀ, ਤਾਂ ਨੀਰੋ ਜਿਹੜਾ ਆਪਣੀ ਫਿਡਲ ਪਲੇ ਕਰ ਰਿਹਾ ਸੀਗਾ, ਆਪਣੇ ਹੀ ਮਨੋਰੰਜਨ ਦੇ ਵਿੱਚ ਗਵਾਚਿਆ ਹੋਇਆ ਸੀਗਾ, ਇਹੋ ਜਿਹੀ ਗਲਤੀ ਸਰਕਾਰ ਵੱਲੋਂ ਵੀ ਕੀਤੀ ਜਾਏ। ਲੋੜ ਹੈ ਇਹ ਕਿਸਾਨਾਂ ਦੇ ਵਿੱਚ ਕੌਨਫੀਡੈਂਸ ਬਿਲਡ ਕੀਤਾ ਜਾਏ, ਤਾਂ ਹੀ ਜਾ ਕੇ ਇਸ ਮਾਮਲੇ ਦਾ ਕੋਈ ਹੱਲ ਨਿਕਲ ਸਕਦਾ ਹੈ। ਨਹੀਂ ਤਾਂ ਜਿਵੇਂ ਕਿ ਤੁਸੀਂ ਕਿਹਾ, ਇੰਨੀ ਜ਼ਿਆਦਾ ਠੰਡ ਦੇ ਦਿਨ ਹੈ, ਸਿਆਲ ਜਿਹੜਾ ਪੂਰੇ ਆਪਣੇ ਜ਼ੋਰ 'ਤੇ ਹੈ, ਤਾਂ ਉਹਨਾਂ ਨੂੰ ਠੰਡਾਂ ਦੇ ਵਿੱਚ ਜਿਹੜੇ ਰਾਤਾਂ ਕੱਟਣੀਆਂ ਪੈਣਗੀਆਂ। ਉਹਦੇ ਨਾਲ ਕੋਈ ਹੋਰ ਵੀ ਪ੍ਰੋਬਲਮ ਜਿਹੜੀਆਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਬਜ਼ੁਰਗ ਲੋਕ ਹੈ ਉਹਨਾਂ ਦੀ ਡੈਥ ਵੀ ਹੋ ਸਕਦੀ ਹੈ, ਕੋਈ ਬਿਮਾਰੀਆਂ ਵੀ ਲੱਗ ਸਕਦੀਆਂ, ਇਹਦੇ ਤੋਂ ਬਚਾਅ ਕਰਨ ਦੀ ਲੋੜ। ਬਿਲਕੁਲ, ਬਹੁਤ ਸਹੀ ਆਖਿਆ ਬੇਦੀ ਸਾਹਿਬ ਤੁਸੀਂ ਕਿ ਛੇਤੀ ਤੋਂ ਛੇਤੀ ਇਹਦਾ ਕੋਈ ਹੱਲ ਕੱਢਣਾ ਚਾਹੀਦਾ ਹੈ, ਤੇ ਕਿਸਾਨ ਸਾਡਾ ਕਮਾਊ ਪੁੱਤ ਤੇ ਇਹਨੂੰ ਡਾਂਗਾ ਨਹੀਂ ਮਾਰਨੀਆਂ ਚਾਹੀਦੀਆਂ। ਤੇ ਉਮੀਦ ਹੈ ਹੁਣ ਇਹਦਾ ਕੋਈ ਹੱਲ ਜ਼ਰੂਰ ਨਿਕਲੇਗਾ। ਅਗਲੀ ਮੀਟਿੰਗ ਦੀ ਅਸੀਂ ਵੇਟ ਕਰਾਂਗੇ ਤੇ ਬੇਦੀ ਸਾਹਿਬ ਨਾਲ ਜੁੜਦੇ ਰਵਾਂਗੇ। ਤੇ ਹੁਣ ਤੁਸੀਂ ਸਾਨੂੰ ਇਜਾਜ਼ਤ ਦਿਓ, ਵੇਖਦੇ ਰਹੋ ਲੁਧਿਆਣਾ ਪੋਸਟ। ਉਮੀਦ ਹੈ ਤੁਹਾਨੂੰ ਇਹ ਡਿਸਕਸ਼ਨ ਪਸੰਦ ਆਈ ਹੋਵੇਗੀ, ਤੇ ਆਪਣੇ ਵੀ ਤੁਸੀਂ ਕਮੈਂਟਸ ਦੇ ਰਾਹੀਂ ਸਾਡੇ ਨਾਲ ਜੁੜੋ, ਸਾਨੂੰ ਦੱਸੋ ਤੁਸੀਂ ਹੋਰ ਇਸ ਮੁੱਦੇ ਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਤੇ ਕਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਵਧੀਆ ਲੱਗੀਆਂ ਜਾਂ ਵਧੀਆ ਲੱਗੀਆਂ। ਵੇਖਦੇ ਰਹੋ ਲੁਧਿਆਣਾ ਪੋਸਟ। ਬਹੁਤ ਬਹੁਤ ਧੰਨਵਾਦ।